आपे ही काज सवारिय, जिसके जी प्राण है क्यों साहिब मनों विसारिय। अपन हथे अपना आपे ही काज सवारिय। वाहिगुरु जी का खालसा, वाहिगुरु जी की फतेह। दंडौत वंदन अनक बार, सर्व कला समरथ। डोलन ते राखो प्रभु, नानक दे कर हथ। हम अवगुण भरे एक गुण नाही, ਅੰਮ੍ਰਿਤ ਛਾੜ ਵੇਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਧ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਖੋ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਖੋ ਸਰਨਾਈ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਦੀਨਾ ਬੰਧੂ ਖੰਡਾਂ ਤੇ ਬ੍ਰਹਮੰਡਾਂ ਦੇ ਮਾਲਕ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ, ਉਪਮਾ ਮਹਾਨ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਅੰਦਰ ਆਪ ਸਰਬਤ ਮਾਈ ਭਾਈ ਹਾਜ਼ਰੀਆਂ ਭਰ ਕੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ, ਬਾਣੀ ਪੜ੍ਹ ਸੁਣ ਕਰਕੇ ਆਪਣੇ ਜਨਮ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਅਬ ਕਲੁ ਆਇਓ ਰੇਕ ਨਾਮ ਬੋ ਬਹੁ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਲ ਯੁਗ ਦੇ ਭਿਆਨਕ ਸਮੇਂ ਅੰਦਰ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਸਤਿਗੁਰੂ ਦੀ ਮਿਹਰਾਮਤ ਹੈ, ਸਤਿਗੁਰੂ ਸਾਹਿਬ ਜੀ ਦਾ ਤਰਸ ਹੈ, ਸਤਿਗੁਰੂ ਦੀ ਕਿਰਪਾਲਤਾ ਹੈ, ਜੋ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਸਾਨੂੰ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਹਨ। ਨਾਮ ਬਾਣੀ ਦੀ ਦਾਤ ਸਦਕਾ ਹੀ ਲੋਕ ਤੇ ਪਰਲੋਕ ਸੁਹਿਲਾ ਹੁੰਦਾ ਹੈ। ਇਹ ਲੋਕ ਵੀ ਸੁਧਰਦੇ ਨਾਮ ਸਿਮਰਨ ਕਰਕੇ, ਸੇਵਾ ਕਰਕੇ। ਜੇ ਲੋਕ ਸੁਧਰ ਗਿਆ ਤੇ ਪਰਲੋਕ ਵੀ ਸੁਧਰ ਜਾਵੇਗਾ। ਹੁਕਮਨਾਮੇ ਸਾਹਿਬ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ। ਆਪ ਸਰਵਾ ਸੰਗਤਾਂ ਨੇ ਜਿੱਥੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਨਿਤਨੇਮ, ਆਸਾ ਜੀ ਦੀ ਵਾਰ ਦਾ ਕੀਰਤਨ, ਚੌਪਈ ਸਾਹਿਬ ਜੀ ਦੀ ਬਾਣੀ, ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਰੱਖਿਆ ਲਈ ਜੋ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ, ਆਪ ਜੀ ਨੇ ਸਰਵਨ ਕੀਤੀ ਸਤਿਗੁਰਾਂ ਦੀ ਗੁਰਬਾਣੀ। ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮੇ ਸਾਹਿਬ ਜੀ ਦੀ ਕਥਾ ਇਸ ਵੇਲੇ ਆਪ ਸਰਬਤ ਸੰਗਤਾਂ ਸਰਵਣ ਕਰਦੇ ਹੋ। ਹੁਕਮਨਾਮੇ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਵੀ, ਉਸ ਤੋਂ ਬਾਅਦ ਵੀ, ਹੁਣ ਫੇਰ ਗੁਰਮੁਖਾਂ ਤੋਂ ਆਪ ਜੀ ਨੇ ਹੁਕਮਨਾਮੇ ਸਾਹਿਬ ਨੂੰ ਸੁਣਿਆ ਹੈ, ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਸਮੇਂ ਦੇ ਅੰਦਰ ਰਹਿ ਕਰਕੇ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਮੁਖਵਾਕ ਦੀ ਵਿਚਾਰ ਕਰੀਏ। ਸ਼ਰਧਾ ਭਾਵਨਾ ਦੇ ਸਹਿਤ ਸਾਰੇ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੁਖਵਾਕ ਦੇ ਰੂਪ ਵਿੱਚ ਹੁਕਮਨਾਮੇ ਸਾਹਿਬ ਸਾਨੂੰ ਬਖਸ਼ ਰਹੇ ਨੇ।
ਜਿਹੜਾ ਗੁਰੂ ਸਾਹਿਬ ਜੀ ਦਾ ਹੁਕਮ ਹੁੰਦਾ ਹੈ ਨਾ, ਉਹ ਸਿੱਖਾਂ ਲਈ ਮੰਨਣਾ ਜ਼ਰੂਰੀ ਹੁੰਦਾ ਹੈ। ਇੱਕ ਬੇਨਤੀ ਹੁੰਦੀ ਹੈ, ਇੱਕ ਹੁਕਮ ਹੁੰਦਾ ਹੈ। ਬੇਨਤੀ ਕਿਸੇ ਨੂੰ ਕਰੀਦੀ ਹੈ, ਉਹਦੀ ਅਗਲੇ ਦੀ ਮਰਜ਼ੀ ਹੁੰਦੀ ਹੈ, ਉਹ ਮੰਨੇ ਜਾਂ ਨਾ ਮੰਨੇ। ਕਈ ਵਾਰ ਆਪਾਂ ਕਿਸੇ ਨੂੰ ਬੇਨਤੀ ਕਰਦੇ ਹਾਂ ਵੀ ਤੈਨੂੰ ਆਹ ਬੇਨਤੀ ਹੈ, ਤੂੰ ਮੇਰਾ ਕੰਮ ਸਵਾਰ ਦੇ, ਆਹ ਕੰਮ ਕਰ ਦੇ। ਅਗਲਾ ਫਿਰ ਆਪਣੀ ਮਜਬੂਰੀ ਦੱਸ ਦਿੰਦਾ, ਉਹ ਕਹਿੰਦਾ ਵੀ ਮੈਂ ਮੰਨ ਤਾਂ ਲੈਂਦਾ, ਪਰ ਮੈਨੂੰ ਹੋਰ ਵੀ ਬਥੇਰੇ ਕੰਮ ਨੇ, ਇਸ ਕਰਕੇ ਤੇਰੀ ਗੱਲ ਮੇਰੇ ਤੋਂ ਮੰਨ ਨਹੀਂ ਹੋਣੀ। ਪਰ ਜੇ ਕਿਸੇ ਨੂੰ ਕਹੀਏ ਵੀ ਇਹ ਤੈਨੂੰ ਮੇਰਾ ਹੁਕਮ ਹੈ, ਫਿਰ ਉਹਨੂੰ ਭਾਵੇਂ ਜਿੰਨੇ ਮਰਜ਼ੀ ਕੰਮ ਹੋਣ, ਉਹਨੂੰ ਉਹ ਗੱਲ ਮੰਨਣੀ ਪੈਂਦੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ। ਭਾਵੇਂ ਸਾਨੂੰ ਜਿੰਨੇ ਮਰਜ਼ੀ ਕੰਮ ਹੋਣ, ਜੋ ਵੀ ਹੋਵੇ, ਸਾਡਾ ਭਲਾ ਇਹਦੇ ਵਿੱਚ ਹੀ ਹੈ ਕਿ ਆਪਾਂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਸ ਸ੍ਰੀ ਮੁਖ ਵਾਕ ਗੁਰਬਾਣੀ ਨੂੰ ਮੰਨੀਏ, ਕਮਾਈਏ, ਅਮਲ ਕਰੀਏ। ਸ਼ਲੋਕ ਦਾ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲਾ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸਤਿਗੁਰੂ ਸਾਹਿਬ ਜੀ ਨੇ ਕਿੰਨਿਆਂ ਨੂੰ ਤਾਰਿਆ। ਵਿਦਵਾਨ ਕਹਿੰਦੇ ਨੇ ਜਿਹੜੇ ਅਸਮਾਨ ਵਿੱਚ ਤਾਰੇ ਨੇ ਨਾ, ਜਦੋਂ ਰਾਤ ਦਾ ਹਨੇਰਾ ਹੁੰਦਾ ਹੈ, ਅਸਮਾਨ ਵਿੱਚ ਤਾਰੇ ਹੁੰਦੇ ਨੇ। ਜਿਹੜੇ ਅਸਮਾਨ ਵਿੱਚ ਤਾਰੇ ਨੇ, ਉਹਨਾਂ ਦੀ ਗਿਣਤੀ ਤਾਂ ਹੋ ਸਕਦੀ ਹੈ, ਬਹੁਤਾਤ ਵਿੱਚ ਤਾਰੇ ਨੇ। ਸਾਧ ਸੰਗਤ ਜੀ, ਸਾਇੰਸ ਦਾ ਯੁੱਗ ਹੈ। ਬਹੁਤ ਸਾਰੀਆਂ ਐਸੀਆਂ ਗੱਲਾਂ ਸਾਨੂੰ ਸੁਣਨ ਅਤੇ ਵੇਖਣ ਨੂੰ ਜਾਂ ਪੜ੍ਹਨ ਨੂੰ ਮਿਲਦੀਆਂ। ਬੰਦਾ ਉਹਨਾਂ ਗੱਲਾਂ ਨੂੰ ਦੇਖ ਦੇਖ ਕੇ ਹੈਰਾਨ ਹੋ ਜਾਂਦਾ ਹੈ ਵੀ ਇਦਾਂ ਵੀ ਹੋ ਸਕਦਾ ਸੀ। ਸਾਇੰਸ ਦਾ ਯੁੱਗ ਹੈ। ਅਸਮਾਨ ਵਿੱਚ ਜਿਹੜੇ ਤਾਰੇ ਨੇ, ਉਹਨਾਂ ਤਾਰਿਆਂ ਦੀ ਗਿਣਤੀ ਤਾਂ ਸਾਇੰਸਦਾਨ ਕਰ ਸਕਦੇ ਹੈ, ਉਹਨਾਂ ਤਾਰਿਆਂ ਦੀ ਗਿਣਤੀ ਤਾਂ ਹੋ ਸਕਦੀ ਹੈ, ਪਰ ਜਿਹੜੇ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਾਰੇ ਨੇ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਜਿਨ੍ਹਾਂ ਨੂੰ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਾਰਨਾ ਕੀਤਾ, ਸਤਿਗੁਰੂ ਹੁਣ ਵੀ ਬਾਣੀ ਰਾਹੀਂ ਤਾਰ ਰਹੇ ਆ। ਜਿਹੜੇ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਉਣਗੇ, ਮੰਨਣਗੇ, ਹਿਰਦੇ ਵਿੱਚ ਧਾਰਨ ਕਰਨਗੇ, ਗੁਰੂ ਕੇ ਨਾਮ ਦਾ ਅਮਲ ਕਰਨਗੇ, ਸਤਿਗੁਰੂ ਉਹਨਾਂ ਨੂੰ ਤਾਰਨਗੇ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲਾ ਇਹ ਸ਼ਬਦ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੁਕਮਨਾਮਾ ਸਾਹਿਬ ਹੈ ਜੀ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਿੱਕਿਆਂ ਬਾਬਤ ਸਾਨੂੰ ਸਮਝਾਉਣਾ ਕਰਦੇ ਨੇ। ਇੱਕ ਸੀ ਉਸ ਵੇਲੇ ਵੀ ਸੀਗਾ, ਬਹੁਤ ਹੋਣਗੇ ਉਸ ਵੇਲੇ। ਫਿੱਕਾ ਬੋਲ ਬੋਲਿਆ ਕਰਦਾ। ਗੁਰੂ ਨਾਨਕ ਸਾਹਿਬ ਜੀ ਨੇ ਸੁਣਨਾ ਕੀਤਾ ਤੇ ਉਸ ਨੂੰ ਉਪਦੇਸ਼ ਦਿੱਤਾ। ਇਹ ਉਪਦੇਸ਼ ਸਤਿਗੁਰੂ ਸਾਹਿਬ ਜੀ ਦਾ ਸਭਨਾਂ ਨੂੰ ਸਾਂਝਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਫਿੱਕਾ ਜਿਹੜਾ ਬੋਲਦਾ ਨਾ, ਫਿੱਕਾ, ਨਾਨਕ ਫਿੱਕਾ ਬੋਲਿਆ। ਜਿਹੜਾ ਫਿੱਕਾ ਬੋਲਦਾ ਹੈ, ਫਿੱਕਾ ਬੋਲਣ ਦੇ ਨਾਲ ਤਨ ਉੱਤੇ ਵੀ ਅਸਰ ਪੈਂਦਾ ਹੈ, ਫਿੱਕਾ ਬੋਲਣ ਦੇ ਨਾਲ ਮਨ ਉੱਤੇ ਵੀ ਅਸਰ ਪੈਂਦਾ ਹੈ। ਤਨ ਤੇ ਵੀ ਅਸਰ ਹੁੰਦਾ ਹੈ ਤੇ ਮਨ ਤੇ ਵੀ ਅਸਰ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫਿੱਕਾ ਨਹੀਂ ਬੋਲਣਾ। ਫਿੱਕਾ ਨਾਮ ਤੋਂ ਬਿਨਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਕਰਨੀਆਂ, ਇਹ ਸਭ ਫਿੱਕੀਆਂ ਨੇ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਮਹਾਰਾਜ ਕਹਿੰਦੇ ਫਿੱਕਾ ਬੋਲਣ ਨਾਲ ਤਨ ਵੀ ਫਿੱਕਾ ਹੋ ਜਾਂਦਾ ਹੈ, ਫਿੱਕਾ ਬੋਲਣ ਨਾਲ ਮਨ ਵੀ ਫਿੱਕਾ ਹੋ ਜਾਂਦਾ ਹੈ। ਮਨ ਉੱਤੇ ਵੀ ਫਿੱਕਾ ਬੋਲਣ ਦਾ ਅਸਰ ਹੈ।
ਤਨ ਉੱਤੇ ਵੀ ਫਿੱਕਾ ਬੋਲਣ ਦਾ ਅਸਰ ਹੈ। ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿਰ ਜਿਹੜਾ ਮੁਖ ਤੋਂ ਜੀਭਾ ਤੋਂ ਫਿੱਕਾ ਬੋਲਦਾ ਹੈ ਉਹਨੂੰ ਸਾਰੇ ਫਿੱਕਾ ਫਿੱਕਾ ਹੀ ਸੱਦਣ ਲੱਗ ਪੈਂਦੇ ਹਨ। ਸਾਰੇ ਇਹੀ ਗੱਲ ਕਹਿਣ ਲੱਗ ਜਾਂਦੇ ਨੇ ਵੀ ਇਹਨੂੰ ਨਾ ਗਵਾਈ, ਇਹਨੂੰ ਤੇ ਬੋਲਣ ਦੀ ਅਕਲ ਨਹੀਂ ਹੈ, ਸੋਝੀ ਨਹੀਂ ਹੈ, ਇਸ ਨੂੰ ਛੇੜੀ ਨਾ, ਪਤਾ ਨਹੀਂ ਇਹਨੇ ਕਿੱਥੋਂ ਬੋਲਣਾ ਹੈ। ਉਹਨੂੰ ਸਾਰੇ ਫਿੱਕਾ ਫਿੱਕਾ ਹੀ ਕਹਿਣ ਲੱਗ ਪੈਂਦੇ ਨੇ। ਫਿੱਕਾ ਮਤਲਬ ਮੰਦਾ ਬੋਲਣ ਲੱਗ ਪੈਂਦੇ ਨੇ, ਕਿਉਂਕਿ ਉਹਦੀ ਜੀਭ ਦਾ ਰਸ ਹੈ ਸਾਰਾ। ਉਹਨੂੰ ਸਾਰੇ ਇਹੀ ਗੱਲ ਕਹਿੰਦੇ ਨੇ। ਤੁਸੀਂ ਐਸੇ ਬਹੁਤ ਸੰਸਾਰ ਵਿੱਚ ਦੇਖੇ ਹੋਣਗੇ ਜਿਨ੍ਹਾਂ ਨੂੰ ਬੋਲਣ ਦਾ ਵੀ ਚੱਜ ਨਹੀਂ ਹੁੰਦਾ ਵੀ ਜੀਭਾਂ ਨਾਲ ਕਿਆ ਸੋਹਣਾ ਬੋਲਣਾ ਹੈ, ਜੀਭ ਨਾਲ ਕੀ ਬੋਲਣਾ ਹੈ, ਇਹ ਵੀ ਚੱਜ ਨਹੀਂ ਹੁੰਦਾ। ਕਈ ਵਾਰ ਤੁਸੀਂ ਫਿਰ ਇਹ ਵੀ ਦੇਖਿਆ ਹੋਣਾ, ਫਿਰ ਕਈ ਵਾਰ ਅਗਲਾ ਕਹਿੰਦਾ ਵੀ ਇਹਨੂੰ ਕਵਾਉਣਾ ਨਹੀਂ, ਇਹਨੂੰ ਬੁਲਾਉਣਾ ਨਹੀਂ, ਇਹਨੂੰ ਬੁਲਾਓ ਨਾ, ਪਤਾ ਨਹੀਂ ਇਹਨੇ ਕਿੱਥੋਂ ਬੋਲਣਾ ਹੈ। ਬੋਲਣ ਤੋਂ ਮਤਲਬ ਬੋਲੂਗਾ ਤੇ ਜੀਭ ਤੋਂ ਹੀ, ਪਰ ਪਤਾ ਨਹੀਂ ਕਿੰਨੀ ਘਟੀਆ ਗੱਲ ਕਰੂਗਾ ਜਿਹਨੂੰ ਸੁਣ ਕੇ ਅਗਲਾ ਵੀ ਦੁਖੀ ਹੋਏਗਾ। ਉਹ ਕਹਿੰਦੇ ਇਹੋ ਜਿਹੇ ਨੂੰ ਬੁਲਾਓ ਹੀ ਨਾ, ਇਹੋ ਜਿਹੇ ਨੂੰ ਛੇੜੋ ਹੀ ਨਾ। ਫਿਰ ਉਹਦਾ ਮਤਲਬ ਕੀ ਹੋਇਆ? ਮੰਦਾ ਹੋਇਆ ਨਾ। ਇਸ ਕਰਕੇ ਸਾਰੇ ਉਹਨੂੰ ਫਿੱਕਾ ਫਿੱਕਾ ਸੱਦਣ ਲੱਗ ਪੈਂਦੇ ਹਨ। ਫਿੱਕੋ ਫਿੱਕਾ ਸਦੀਐ, ਉਹਨੂੰ ਸਾਰੇ ਫਿੱਕਾ ਕਹਿੰਦੇ ਨੇ, ਮੰਦਾ ਆਖਦੇ ਨੇ, ਬੁਰਾ ਆਖਦੇ ਨੇ। ਫਿੱਕੇ ਫਿੱਕੀ ਸੋਏ, ਕਿਉਂ ਫਿੱਕਾ ਕਹਿੰਦੇ ਨੇ, ਕਿਉਂ ਮੰਦਾ ਕਹਿੰਦੇ ਨੇ? ਕਿਉਂਕਿ ਉਹਦੀ ਜਿਹੜੀ ਸੋਏ ਹੈ ਨਾ, ਬੋਲੀ, ਉਹ ਫਿੱਕੀ ਹੈ। ਉਹਦੀ ਬੋਲੀ ਬੋਲਣ ਕਰਕੇ ਉਹਨੂੰ ਸਾਰੇ ਮੰਦਾ ਫਿੱਕਾ ਆਖਦੇ ਹਨ। ਫਿੱਕਾ ਦਰਗਹਿ ਸਟੀਐ ਮੂੰਹ ਤੁੱਕਾ ਫਿੱਕੇ ਪਾਏ। ਤੇ ਫਿੱਕਿਆਂ ਨੂੰ ਫਿਰ ਸਾਧ ਸੰਗਤ ਜੀ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ, ਬਾਹਰ ਕੱਢ ਦਿੱਤਾ ਜਾਂਦਾ ਹੈ। ਗੁਰੂ ਦੇ ਘਰ ਦੇ ਵਿੱਚ, ਰੱਬ ਦੀ ਦਰਗਾਹ ਦੇ ਵਿੱਚ ਉਹ ਪ੍ਰਮਾਣ ਹੈ ਜਿਹੜਾ ਵਧੀਆ ਬੋਲਦਾ, ਮਿੱਠਾ ਬੋਲਦਾ, ਫਿੱਕਾ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ, ਮੰਦਾ ਨਹੀਂ ਬੋਲਦਾ। ਸਤਿਗੁਰੂ ਦੇ ਘਰ ਵਿੱਚ ਉਹ ਪ੍ਰਮਾਣ ਹੈ। ਜਿਹੜਾ ਫਿੱਕਾ ਬੋਲਦਾ ਹੈ, ਮੰਦਾ ਬੋਲਦਾ ਹੈ, ਕੌੜਾ ਬੋਲਦਾ ਹੈ, ਉਹ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ। ਰੱਬ ਦੀ ਦਰਗਾਹ ਵਿੱਚ ਉਹ ਕਦੇ ਨਹੀਂ ਪ੍ਰਵਾਨ ਹੁੰਦਾ। ਇਸੇ ਕਰਕੇ ਤੇ ਜਦੋਂ ਸਾਨੂੰ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤ ਦੀ ਦਾਤ ਦਿੰਦੇ ਨੇ, 5 ਘੁੱਟਾਂ ਸਾਨੂੰ ਛਕਾਉਂਦੇ ਨੇ। ਅੰਮ੍ਰਿਤ ਵਿੱਚ ਮਿਠਾਸ ਹੁੰਦੀ ਹੈ ਕਿ ਮਿੱਠਾ ਬੋਲਿਆ ਜਾਵੇ। ਫਿਰ ਸਾਧ ਸੰਗਤ ਜੀ ਨਾਲ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ। 5 ਪਿਆਰੇ ਸਿੰਘ ਸਹਿਬਾਨ ਆਖਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੰਤਰ ਦ੍ਰਿੜ ਕਰਵਾਉਣ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਤੇਰੀ ਜੀਭਾ ਵਾਹਿਗੁਰੂ ਬੋਲਣ ਲੱਗ ਜਾਏ, ਮਿੱਠਾ ਬੋਲਣ ਲੱਗ ਜਾਏ। ਤੇਰੀ ਜੀਭ ਕੌੜੀਆਂ ਗੱਲਾਂ ਨਾ ਕਰੇ, ਜਿਹਦੇ ਨਾਲ ਆਪ ਵੀ, ਤਨ ਵੀ ਦੁਖੀ, ਮਨ ਵੀ ਦੁਖੀ ਤੇ ਅਗਲਾ ਵੀ ਦੁਖੀ ਜਿਹੜਾ ਸੁਣੂਗਾ। ਫਿੱਕਿਆਂ ਨੂੰ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ, ਦਰਗਾਹ ਵਿੱਚੋਂ ਬਾਹਰ ਹੋ ਜਾਂਦੇ ਨੇ। ਇੱਕ ਸਾਧ ਸੰਗਤ ਜੀ ਸਾਖੀ ਆਉਂਦੀ ਹੈ ਜੈ ਤੇ ਵਿਜੈ ਦੀ। ਇਹ ਜੈ ਤੇ ਵਿਜੈ ਭਗਵਾਨ ਵਿਸ਼ਨੂੰ ਦੇ ਦਰਬਾਰ ਵਿੱਚ ਰਹਿੰਦੇ ਹੁੰਦੇ ਸੀ। ਜਿਹੜੇ ਸਾਧ ਸੰਗਤ ਜੀ ਬ੍ਰਹਮਾ ਦੇ ਪੁੱਤਰ ਹੋਏ ਨੇ, ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ, ਇਹ ਚੌਵੇਂ ਜਾਣੇ ਨਾ ਭਗਵਾਨ ਵਿਸ਼ਨੂੰ ਦੇ ਦਰਸ਼ਨ ਕਰਨ ਗਏ। ਜਦੋਂ ਭਗਵਾਨ ਵਿਸ਼ਨੂੰ ਦੇ ਦਰਸ਼ਨ ਕਰਨ ਗਏ ਤੇ ਰਸਤੇ ਵਿੱਚ ਇਹਨਾਂ ਨੂੰ ਇਹ ਜਿਹੜੇ ਦੋ ਸੀ ਨਾ, ਜੈ ਤੇ ਵਿਜੈ, ਇਹ ਮਿਲੇ। ਇਹਨਾਂ ਨੇ ਬ੍ਰਹਮਾ ਦੇ ਪੁੱਤਰਾਂ ਨੂੰ ਮੰਦਾ ਬੋਲਿਆ, ਫਿੱਕਾ ਬੋਲਿਆ। ਜਦੋਂ ਭਗਤਾਂ ਨੂੰ ਫਿੱਕਾ ਬੋਲਿਆ ਤੇ ਭਗਵਾਨ ਵਿਸ਼ਨੂੰ ਨੂੰ ਪਤਾ ਲੱਗਿਆ ਕਿ ਜੈ ਤੇ ਵਿਜੈ ਨੇ ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ ਨੂੰ ਫਿੱਕਾ ਬੋਲਿਆ। ਭਗਵਾਨ ਜੀ ਆਪਣਾ ਸਿੰਘਾਸਣ ਛੱਡ ਕੇ ਉੱਠ ਕੇ ਆਏ, ਆ ਕੇ ਜੈ ਤੇ ਵਿਜੈ ਨੂੰ ਸ਼ਰਾਪ ਦੇ ਦਿੱਤਾ। ਕੀ ਆਖਿਆ? ਉਹ ਕਹਿਣ ਲੱਗੇ, ਤੁਸੀਂ ਇੱਥੇ ਰਹਿਣ ਦੇ ਯੋਗ ਨਹੀਂ, ਕਾਬਿਲ ਨਹੀਂ, ਤੁਸੀਂ ਜਾਓ ਮਾਤ ਲੋਕ ਤੇ ਜਾਓ ਤੇ ਜਨਮ ਧਾਰੋ। ਸ਼ਰਾਪ ਹੋ ਗਿਆ, ਤੁਸੀਂ ਦਰਗਾਹ ਵਿੱਚ ਰਹਿਣ ਦੇ ਕਾਬਿਲ ਨਹੀਂ ਹੋ, ਯੋਗ ਨਹੀਂ ਹੋ, ਕਿਉਂਕਿ ਤੁਸੀਂ ਫਿੱਕਾ ਬੋਲਦੇ ਹੋ,
ਇਸ ਕਰਕੇ ਤੁਸੀਂ ਇੱਥੋਂ ਜਾਣਾ ਕਰੋ। ਹੁਣ ਇਹਨਾਂ ਬੋਲ ਤੇ ਦਿੱਤਾ, ਫਿਰ ਪਛਤਾਵਾ ਹੋ ਗਿਆ। ਜੈ ਤੇ ਵਿਜੈ ਕਹਿਣ ਲੱਗੇ ਵੀ ਭਗਵਾਨ ਵਿਸ਼ਨੂੰ ਜੀ, ਹੁਣ ਅਸੀਂ ਆਪਣੇ ਕੀਤੇ ਦਾ ਫਲ ਪਾ ਲਿਆ। ਤੁਹਾਡੇ ਬਚਨ ਅਮੋੜ ਨੇ, ਮੋੜੇ ਨਹੀਂ ਜਾ ਸਕਦੇ। ਤੁਹਾਡੇ ਬਚਨ ਇਹ ਹੋਣੇ ਹੀ ਹੋਣੇ ਨੇ, ਅਟਲ ਨੇ, ਪੂਰੇ ਹੋਣਗੇ। ਪਰ ਸਾਨੂੰ ਕੋਈ ਰਾਹ ਦੱਸ ਦਿਓ ਜਿਹਦੇ ਨਾਲ ਅਸੀਂ ਆਪਣੀ ਭੁੱਲ ਬਖਸ਼ਾ ਲਈਏ। ਭਗਵਾਨ ਵਿਸ਼ਨੂੰ ਕਹਿਣ ਲੱਗਾ ਵੀ ਇਹ ਐਵੇਂ ਹੈ ਵੀ ਜੇ ਤਾਂ ਤੁਸੀਂ ਭਗਤੀ ਕਰੋਗੇ ਨਾ, ਫਿਰ 7 ਜਨਮ ਲੱਗਣਗੇ ਭੁੱਲ ਬਖਸ਼ਾਉਣ ਲਈ। ਦੇਖ ਲਓ, ਫਿੱਕਾ ਬੋਲਿਆ ਸੀ ਰਸਨਾ ਤੋਂ, ਜੀਭ ਤੋਂ। 7 ਜਨਮ ਕਹਿੰਦੇ ਤੈਨੂੰ ਲੱਗਣਗੇ ਤੁਹਾਨੂੰ, ਇਹ ਭੁੱਲ ਬਖਸ਼ਾਉਣ ਲਈ 7 ਜਨਮ ਲੱਗਣਗੇ ਜੇ ਭਗਤੀ ਕਰੋਗੇ। ਤੇ ਜੇ ਜੰਗ ਯੁੱਧ ਕਰੋਗੇ ਫਿਰ 3 ਜਨਮਾਂ 'ਚ ਹੀ ਮੁਕਤ ਹੋ ਜਾਓਗੇ। ਫਿਰ ਇਹ ਜਿਹੜੇ ਜੈ ਤੇ ਵਿਜੈ ਸੀ ਨਾ, ਇਹਨਾਂ ਨੇ 3 ਜਨਮ ਸਾਧ ਸੰਗਤ ਜੀ ਉਸ ਗੱਲ ਨੂੰ ਪ੍ਰਵਾਨ ਕਰ ਲਿਆ, ਮੰਨ ਲਿਆ ਵੀ 3 ਜਨਮਾਂ ਦੇ ਵਿੱਚ ਹੀ ਆਪਾਂ ਆਪਣੀ ਕਲਿਆਣ ਕਰਾ ਲੈਣੀ ਹੈ। 1 ਜਨਮ ਦੇ ਵਿੱਚ ਫਿਰ ਸਾਧ ਸੰਗਤ ਜੀ ਹਰਨਕਸ਼ਪ ਤੇ ਹਰਨਾਕਸ਼ ਬਣੇ। ਹਰਨਾਕਸ਼ ਬਣ ਕੇ ਭਗਤ ਪ੍ਰਹਲਾਦ ਨਾਲ ਵੈਰ ਵਿਰੋਧ ਕੀਤਾ। ਫਿਰ ਭਗਵਾਨ ਵਿਸ਼ਨੂੰ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਮਾਰਿਆ। ਹਰਨਕਸ਼ਪ ਤੇ ਹਰਨਾਕਸ਼ 1 ਜਨਮ ਹੋ ਗਿਆ ਦੋਨਾਂ ਦਾ। ਦੂਜੇ ਜਨਮ ਦੇ ਵਿੱਚ ਦੂਜੇ ਜਨਮ ਦੇ ਵਿੱਚ ਰਾਵਣ ਤੇ ਕੁੰਭਕਰਨ ਬਣੇ। ਤੀਜੇ ਜਨਮ ਦੇ ਵਿੱਚ ਸਾਧ ਸੰਗਤ ਜੀ ਇਹ 1 ਕੰਸ ਬਣਿਆ, ਦੰਤ ਬਕਤਰ, ਤੇ 1 ਸ਼ਿਸ਼ਪਾਲ ਬਣਿਆ। ਸ਼ਿਸ਼ਪਾਲ ਤੇ ਦੰਤ ਬਕਤਰ ਨਾਮ ਆਉਂਦਾ ਹੈ। ਕਈ ਦੰਤ ਬਕਤਰ ਦੇ ਥਾਂ ਤੇ ਕੰਸ ਵੀ ਮੰਨਦੇ ਨੇ। ਇਸ ਤਰ੍ਹਾਂ ਇਹ ਦੋਨੋਂ 3 ਜਨਮਾਂ ਦੇ ਵਿੱਚ ਹੋਏ, ਜੰਗ ਯੁੱਧ ਕੀਤੇ, ਫਿਰ ਇਹਨਾਂ ਦੀ ਮੁਕਤੀ ਹੋਈ, ਕਲਿਆਣ ਹੋਈ, ਫਿਰ ਇਹਨਾਂ ਦਾ ਭਲਾ ਹੋਇਆ। ਮਹਾਰਾਜ ਕਹਿੰਦੇ ਨੇ ਫਿੱਕਾ ਦਰਗਹਿ ਸਟੀਐ, ਮੂਹੇ ਥੁੱਕਾ ਫਿੱਕੇ ਪਾਏ। ਜਿਹੜਾ ਫਿੱਕਾ ਬੋਲਦੇ ਨੇ, ਫਿੱਕਾ ਬੋਲਣ ਵਾਲਿਆਂ ਨੂੰ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ। ਉਹ ਦਰਗਾਹ ਵਿੱਚ ਪ੍ਰਮਾਣ ਨਹੀਂ ਹੁੰਦੇ, ਪ੍ਰਮਾਣਿਕ ਨਹੀਂ ਹੁੰਦੇ। ਦਰਗਾਹ ਵਿੱਚ ਰਹਿਣ ਦੇ ਉਹ ਕਾਬਲ ਨਹੀਂ, ਯੋਗ ਨਹੀਂ। ਇਸ ਕਰਕੇ ਉਹਨਾਂ ਨੂੰ ਦਰਗਾਹ ਵਿੱਚੋਂ ਸੁੱਟਿਆ ਜਾਂਦਾ ਹੈ ਤੇ ਮੂੰਹ ਤੇ ਥੁੱਕਾਂ ਪੈਂਦੀਆਂ, ਮਾਰ ਪੈਂਦੀ ਹੈ। ਥੁੱਕਾਂ ਸਾਧ ਸੰਗਤ ਜੀ ਮੁਖ ਤੇ ਪੈਂਦੀਆਂ। ਮੋਹੇ ਥੁੱਕਾਂ ਫਿੱਕੇ ਪਾਏ। ਦੁਨੀਆ ਦੀਆਂ ਗੱਲਾਂ ਮੁਖ ਤੇ ਸਹਾਰਨੀਆਂ ਪੈਂਦੀਆਂ ਹਨ। ਫਿੱਕਾ ਮੂਰਖ ਆਖੀਐ, ਭਾਣਾ ਲਹਿ ਸਜਾਏ। ਫਿੱਕਿਆਂ ਨੂੰ ਫਿਰ ਮੂਰਖ ਹੀ ਆਖਿਆ ਜਾਂਦਾ, ਕਿਉਂਕਿ ਮੂਰਖਤਾ ਵਸ ਹੋ ਕਰਕੇ ਤੇ ਉਹ ਜੀਭ ਤੋਂ ਫਿੱਕਾ ਬੋਲਦੇ ਨੇ। ਸਤਿਗੁਰੂ ਨੇ ਸਾਨੂੰ ਫਿੱਕਾ ਬੋਲਣਾ ਨਹੀਂ ਸਿਖਾਇਆ। ਸਾਧ ਸੰਗਤ ਜੀ, ਜਿਹੜੀ ਬੰਦੇ ਦੀ ਜੀਭ ਹੈ ਨਾ, ਇਨਸਾਨ ਦੀ ਬਹੁਤ ਛੋਟੀ ਹੈ। ਇਹਦੇ ਵਿੱਚ ਹੱਡੀ ਕੋਈ ਨਹੀਂ ਹੈ। ਵਿਦਵਾਨ ਕਹਿੰਦੇ ਨੇ ਹੱਡੀ ਵੇਖ ਲਓ, ਜੀਭ ਵਿੱਚ ਕੋਈ ਹੱਡੀ ਹੈਗੀ ਹੈ? ਕੋਈ ਹੱਡੀ ਨਹੀਂ ਜੀਭ 'ਚ। ਜੀਭ ਦੇ ਵਿੱਚ ਹੱਡੀ ਕੋਈ ਨਹੀਂ, ਪਰ ਇਹ ਹੱਡੀਆਂ ਤੁੜਵਾ ਦਿੰਦੀ ਹੈ। ਜਦੋਂ ਪੁੱਠਾ ਸਿੱਧਾ ਬੋਲੇ ਨਾ, ਫਿਰ ਹੱਡੀਆਂ ਟੁੱਟ ਜਾਂਦੀਆਂ। ਹੱਡੀ ਤਾਂ ਇਹਦੇ ਵਿੱਚ ਕੋਈ ਨਹੀਂ। ਹੱਡੀ ਤੋਂ ਲੈਣਾ ਕਠੋਰਤਾ, ਸਖਤ, ਕਠੋਰ। ਕਠੋਰ ਚੀਜ਼ ਰੱਬ ਨੇ ਜੀਭ 'ਚ ਪਾਈ ਨਹੀਂ, ਨਰਮ ਹੈ। ਤੇ ਮਹਾਰਾਜ ਕਹਿੰਦੇ ਜੀਭ ਨਾਲ ਨਰਮ ਬੋਲਿਆ ਕਰ, ਵਧੀਆ ਬੋਲਿਆ ਕਰ, ਮਿੱਠਾ ਬੋਲਿਆ ਕਰ। ਇੱਕ ਵਿਦਵਾਨ ਨੇ ਤੇ ਇੱਥੋਂ ਤੱਕ ਵੀ ਲਿਖਿਆ, ਕਹਿੰਦੇ ਜੀਭ ਨਾਲ ਹੀ ਨਰਕਾਂ 'ਚ ਜਾਈਦਾ, ਜੀਭ ਨਾਲ ਹੀ ਸਵਰਗਾਂ 'ਚ ਜਾਈਦਾ, ਜੀਭ ਨਾਲ ਹੀ ਰੱਬ ਦੇ ਨੇੜੇ ਹੋ ਜਾਈਦਾ, ਜੀਭ ਨਾਲ ਹੀ ਰੱਬ ਤੋਂ ਦੂਰ ਹੋ ਜਾਈਦਾ, ਜੀਭ ਨਾਲ ਹੀ ਕਾਰੋਬਾਰ ਚੱਲਦੇ ਨੇ, ਜੀਭ ਨਾਲ ਹੀ ਕਾਰੋਬਾਰ ਵਿਗੜਦੇ ਨੇ। ਆ ਹੁਣ ਸਾਡੇ ਭੈਣ ਭਰਾ ਕੰਮਾਂ ਤੇ ਜਾਂਦੇ ਨੇ ਨਾ, ਤਿਆਰ ਹੋ ਕੇ, ਜਿੱਥੇ ਜਿੱਥੇ ਕੰਮ ਕਰਦੇ ਨੇ, ਜਿਹੜੇ ਇਹਨਾਂ ਦੇ ਬੌਸ ਨੇ, ਮਾਲਕ ਨੇ, ਉਹਨਾਂ ਨਾਲ ਵਧੀਆ ਬੋਲਦੇ ਆ, ਤਾਂ ਹੀ ਉਹ ਸਾਧ ਸੰਗਤ ਜੀ ਇਹਨਾਂ ਨੂੰ ਕੰਮ ਤੇ ਰੱਖਦੇ ਆ। ਫਿਰ ਵੱਧ ਵੀ ਪੈਸੇ ਦੇ ਦਿੰਦੇ, ਖੁਸ਼ ਹੋ ਕੇ ਵੀ ਤੇਰਾ ਕੰਮ ਚੰਗਾ, ਤੇਰਾ ਵਰਤਾਵਾ ਚੰਗਾ, ਤੇਰੀ ਬੋਲ ਬਾਣੀ ਚੰਗੀ ਹੈ। ਹੁਣੇ ਹੀ ਜਾ ਕੇ ਅੱਜ ਮਾਲਕ ਨਾਲ ਪੁੱਠਾ ਬੋਲੋ, ਕੌੜਾ ਬੋਲੋ, ਉਹਨੇ ਕਹਿਣਾ ਚੱਲ ਕੰਮ ਤੋਂ, ਕੱਲ ਤੋਂ ਕੰਮ ਤੇ ਨਹੀਂ ਆਉਣਾ, ਚੱਲ
ਹੋਰ ਰੱਖ ਲਾਂਗੇ। ਤੇ ਜੀਭ ਨਾਲ ਵਧੀਆ ਬੋਲਾਂਗੇ ਤੇ ਫਿਰ ਕਈ ਵਾਰ ਨੌਕਰੀ ਦਾ ਜਿੰਨਾ ਪੈਸਾ ਧਨ ਪਦਾਰਥ ਮਹੀਨੇ ਦਾ ਮਿਲਦਾ ਹੈ ਉਹਦੇ ਨਾਲੋਂ ਵੱਧ ਵੀ ਮਿਲ ਜਾਂਦੇ। ਖੁਸ਼ ਹੋ ਕੇ ਅਗਲਾ ਦੇ ਦਿੰਦਾ ਵੀ ਇਹਦੀ ਬੋਲ ਬਾਣੀ ਚੰਗੀ ਹੈ। ਫਿੱਕਾ ਬੋਲਣ ਵਾਲੇ ਨੂੰ ਮੂੰਹ ਤੇ ਮਾਰ ਪੈਂਦੀ ਹੈ। ਸਾਖੀਆਂ ਬਹੁਤ ਨੇ ਸਾਧ ਸੰਗਤ ਜੀ, ਪਰ ਸਮੇਂ ਦੀ ਘਾਟ ਹੋਣ ਕਰਕੇ ਨਹੀਂ ਸੁਣਾਉਂਦੇ। ਫਿੱਕਾ ਜਿਹੜਾ ਹੈ ਨਾ, ਫਿੱਕਾ ਮੂਰਖ ਆਖੀਐ, ਫਿੱਕੇ ਨੂੰ ਮੂਰਖ ਆਖਿਆ ਜਾਂਦਾ ਹੈ। ਕਿਉਂ? ਕਿਉਂਕਿ ਮੂਰਖਤਾ ਵਸ ਹੋ ਕੇ ਉਹ ਫਿੱਕਾ ਕੌੜਾ ਬੋਲਦਾ ਹੈ, ਮੰਦਾ ਬੋਲਦਾ ਹੈ। ਤੇ ਮੰਦਾ ਬੋਲ ਤੇ ਨਾ ਰੱਬ ਨੂੰ ਪ੍ਰਵਾਨ ਹੈ। ਮੰਦਾ ਬੋਲ ਤੇ ਜੱਗ ਨੂੰ ਪ੍ਰਵਾਨ ਨਹੀਂ, ਰੱਬ ਨੂੰ ਕਿੱਥੋਂ ਪ੍ਰਵਾਨ ਹੋਏਗਾ। ਤੁਸੀਂ ਸੰਸਾਰ ਵਿੱਚ ਕਿਸੇ ਨੂੰ ਮੰਦਾ ਬੋਲ ਕੇ ਦੇਖੋ ਤਾਂ ਸਹੀ, ਉਹ ਆਖੇਗਾ ਤੈਨੂੰ ਅਕਲ ਨਹੀਂ ਹੈ ਬੋਲਣ ਦੀ, ਤੂੰ ਬੋਲਦਾ ਕਿਵੇਂ? ਆਪਣੀ ਜੀਭ ਨੂੰ ਸੰਭਾਲ ਕੇ ਬੋਲ। ਜੇ ਮੰਦਾ ਬੋਲ ਸੰਸਾਰ ਨੂੰ ਨਹੀਂ ਪ੍ਰਵਾਨ ਤੇ ਨਿਰੰਕਾਰ ਨੂੰ ਕਿਵੇਂ ਪ੍ਰਵਾਨ ਹੋਏਗਾ? ਮੰਦਾ ਬੋਲਣ ਵਾਲਾ ਆਪਣੇ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕਦਾ ਤੇ ਮੰਦਾ ਬੋਲਣ ਵਾਲਾ ਰੱਬ ਨੂੰ ਕਿਵੇਂ ਖੁਸ਼ ਕਰ ਲਏਗਾ? ਬੱਚਿਆਂ ਨੂੰ ਬੋਲ ਕੇ ਵੇਖ ਲਓ ਮੰਦਾ, ਉਹ ਵੀ ਨਹੀਂ ਜਰਦੇ ਸਾਡੇ ਮੰਦੇ ਨੂੰ, ਉਹ ਵੀ ਨਹੀਂ ਜਰਦੇ ਸਾਡੇ ਫਿੱਕੇ ਨੂੰ। ਬੱਚੇ ਵੀ ਨਹੀਂ ਮੰਨਦੇ ਸਾਡੇ ਕੌੜੇ ਬਚਨਾਂ ਨੂੰ। ਉਹ ਵੀ ਕਹਿਣਗੇ ਡੈਡੀ ਤੈਨੂੰ ਅਕਲ ਨਹੀਂ ਹੈ ਬੋਲਣ ਦੀ, ਕਿੱਦਾਂ ਬੋਲਦਾ ਤੂੰ, ਕੌੜਾ ਬੋਲਦਾ ਡੈਡੀ, ਤੂੰ ਸਦਾ ਹੀ ਏਦਾਂ ਹੀ ਬੋਲਦਾ ਰਹਿਣਾ। ਉਹ ਵੀ ਨਹੀਂ ਮੰਨਦੇ। ਫਿੱਕਾ ਬੋਲਣ ਨਾਲ ਸੰਸਾਰ ਦੀ ਖੁਸ਼ੀ ਨਹੀਂ ਲੈ ਸਕਦੇ, ਜੱਗ ਦੀ ਖੁਸ਼ੀ ਨਹੀਂ ਲੈ ਸਕਦੇ, ਰੱਬ ਦੀ ਖੁਸ਼ੀ ਕਿੱਥੋਂ ਲੈ ਲਾਂਗੇ? ਤੇ ਫਿੱਕਾ ਬੋਲਣ ਵਾਲੇ ਨੂੰ ਕਈ ਵਾਰ ਕੁੱਟ ਵੀ ਪੈ ਜਾਂਦੀ। ਤੁਸੀਂ ਦੇਖੇ ਹੋਣੇ ਸ਼ਾਇਦ ਇਸ ਤਰ੍ਹਾਂ ਦੇ ਕਈ, ਫਿੱਕਾ ਬੋਲਣ ਵਾਲੇ ਨੂੰ ਕੁੱਟ ਵੀ ਪੈ ਜਾਂਦੀ। ਫਿੱਕਾ ਮੂਰਖ ਆਖੀਐ, ਮੂਰਖਤਾ ਵਸ ਹੋ ਕੇ ਉਹ ਫਿੱਕਾ ਬੋਲਦਾ ਹੈ। ਪਾਣਾ ਦਾ ਅਰਥ ਹੁੰਦਾ ਜੁੱਤੀ। ਜੁੱਤੀਆਂ ਦੀ ਮਾਰ ਫਿਰ ਉਹਨੂੰ ਮੂੰਹ ਤੇ ਖਾਣੀ ਪੈਂਦੀ ਆ। ਜੀਭ ਨਾਲ ਸਾਧ ਸੰਗਤ ਜੀ ਬੋਲਣ ਕਰਕੇ ਫਿਰ ਮਾਰ ਪੈਂਦੀ ਆ। ਮਾਰ ਇਸ ਲੋਕ ਵਿੱਚ ਵੀ ਪੈਂਦੀ ਆ। ਤੇ ਜੇ ਜੀਭ ਨਾਲ ਫਿੱਕਾ ਹੀ ਬੋਲਦੇ ਰਹੇ, ਮੰਦਾ ਹੀ ਬੋਲਦੇ ਰਹੇ, ਕੌੜਾ ਹੀ ਬੋਲਦੇ ਰਹੇ, ਇਸੇ ਤਰ੍ਹਾਂ ਬੋਲ ਬੋਲ ਕੇ ਸੰਸਾਰ ਵਿੱਚੋਂ ਚਲੇ ਗਏ, ਇੱਥੇ ਤੇ ਮਾਰ ਪਵੇਗੀ ਪਵੇਗੀ, ਪਰਲੋਕ ਵਿੱਚ ਵੀ ਪਵੇਗੀ ਮਾਰ। ਕਿਉਂਕਿ ਸਤਿਗੁਰੂ ਨੇ ਤੇ ਬਾਣੀ ਚ ਆਖਿਆ ਹੈ ਨਾ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜੇ ਰਸਨਾ ਨਾਮ ਨਹੀਂ ਜਪਦੀ ਤਾਂ ਫਿਰ ਕੱਟੀ ਜਾਊ। ਇਹਨੇ ਰਸਨਾ ਨੇ ਸਾਰੇ ਸਰੀਰ ਨੂੰ ਮਰਵਾਉਣਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਮੂਰਖਤਾ ਵਸ ਹੋ ਕੇ ਬੰਦਾ ਫਿੱਕਾ ਬੋਲਦਾ ਹੈ, ਫਿਰ ਜੁੱਤੀਆਂ ਦੀ ਮਾਰ ਉਸ ਨੂੰ ਖਾਣੀ ਪੈਂਦੀ ਹੈ। ਸਾਧ ਸੰਗਤ ਜੀ, ਜਿਰਾਫ ਤੁਸੀਂ ਦੇਖਿਆ ਹੋਣਾ ਜਾਨਵਰ, ਉਹਦੀ 18 ਇੰਚ ਲੰਮੀ ਜੀਭ ਹੁੰਦੀ ਹੈ। ਉਸ 18 ਇੰਚ ਲੰਮੀ ਜੀਭ ਦੇ ਨਾਲ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾ ਜਾਂਦਾ। ਨੀਲੀ ਵੇਲ ਮੱਛੀ ਜਿਹੜੀ ਹੁੰਦੀ ਹੈ ਨਾ, ਉਹਦੀ ਜੀਭ ਦਾ ਭਾਰ ਇੱਕ ਹਾਥੀ ਜਿੰਨਾ ਹੁੰਦਾ ਹੈ। ਆਪ ਹਿਸਾਬ ਲਾ ਲਓ ਕਿੰਨੀ ਭਾਰੀ ਹੋਏਗੀ ਉਹਦੀ ਜੀਭ। ਇੱਕ ਹਾਥੀ ਦਾ ਭਾਰ ਕਿਤੇ ਥੋੜਾ ਹੁੰਦਾ। ਨੀਲੀ ਵੇਲ ਮੱਛੀ ਦਾ ਭਾਰ, ਜੀਭ ਦਾ ਭਾਰ ਇੱਕ ਹਾਥੀ ਜਿੰਨਾ ਹੁੰਦਾ ਹੈ। ਕਿੰਨੀ ਵੱਡੀ ਜੀਭ ਹੈ ਉਸ ਮੱਛੀ ਦੀ। ਤੇ ਬੰਦੇ ਦੀ ਜੀਭ ਦਾ ਭਾਰ ਵੇਖ ਲਓ ਕਿੰਨਾ ਕੁ ਹੈ। ਬੰਦੇ ਦੀ ਜੀਭ ਦੀ ਵੀ ਤਾਕਤ ਵੇਖ ਲਓ ਕਿੰਨੀ ਕੁ ਹੈ। ਜ਼ੋਰ ਵੇਖ ਲਓ ਕਿੰਨਾ ਕੁ, ਇਹਦੇ ਵਿੱਚ ਕੋਈ ਬਹੁਤਾ ਜ਼ੋਰ ਨਹੀਂ, ਪਰ ਤਾਕਤ ਬਹੁਤ ਹੈ। ਸਾਧ ਸੰਗਤ ਜੀ, ਜੀਭ ਦੇ ਵਿੱਚ ਹੱਡੀ ਕੋਈ ਨਹੀਂ, ਪਰ ਇਹ ਹੱਡੀਆਂ ਤੁੜਵਾ ਦਿੰਦੀ ਹੈ। ਕਹਿੰਦੇ ਇੱਕ ਵਾਰ ਦੰਦਾਂ ਦਾ ਤੇ ਜੀਭ ਦਾ ਆਪਸ ਵਿੱਚ ਸੰਵਾਦ ਹੋ ਗਿਆ। ਜੀਭ ਕਹਿੰਦੀ ਮੈਂ ਵੱਡੀਆਂ, ਦੰਦ ਕਹਿੰਦੇ ਅਸੀਂ ਵੱਡੇ ਹਾਂ। ਦੰਦ ਕਹਿੰਦੇ ਜੀਭ ਨੂੰ, ਜੀਭ ਕਹਿੰਦੀ ਤੁਸੀਂ ਕਿੱਦਾਂ ਵੱਡੇ ਹੋ? ਦੰਦ ਕਹਿੰਦੇ ਤੈਨੂੰ ਦੱਸਦੇ ਹਾਂ ਅਸੀਂ ਕਿੱਦਾਂ ਵੱਡੇ ਹਾਂ। ਉਹ ਕਹਿੰਦੇ ਹਮ ਬੱਤੀ ਤੁਮ ਏਕ ਲੜੀ, ਰਹੇ ਹਮਾਰੇ 20, ਰਹੇ ਹਮਾਰੇ बीच। ਉਹ ਕਹਿੰਦੇ ਤੇਰਾ ਅਸੀਂ ਬੱਤੀ ਆ, ਤੂੰ ਕੱਲੀ ਹੈ। ਹਮ ਬੱਤੀ ਤੁਮ ਏਕ ਲੜੀ, ਰਹੇ ਹਮਾਰੇ बीच।
ਇਗੜ ਤਿਗੜ ਜੇ ਕਰੇਂਗੀ ਬੀਚੇ ਦਿਆਂਗੇ ਪੀਸ। ਉਹ ਕਹਿੰਦੇ ਅਸੀਂ ਬੱਤੀਆਂ ਤੂੰ ਕੱਲੀਏ, ਪਰ ਜੇ ਤੂੰ ਵਾਧੂ ਘਾਟੂ ਗੱਲ ਕਰੇਂਗੇ ਨਾ ਪੀ ਕੇ ਰੱਖ ਦਿਆਂਗੇ ਤੈਨੂੰ। ਦੰਦ ਵੇਖੋ ਕਿੰਨੀਆਂ ਸਖਤ ਤੋਂ ਸਖਤ ਚੀਜ਼ਾਂ ਨੂੰ ਪੀ ਕੇ ਰੱਖ ਦਿੰਦੇ ਆ। ਜੀਭ ਕਹਿੰਦੀ ਹੁਣ ਮੇਰੀ ਵੀ ਸੁਣ ਲਓ। ਹੁਣ ਜੀਭ ਦੰਦਾਂ ਨੂੰ ਕਹਿੰਦੀ ਤੁਮ ਬੱਤੀ ਹਮ ਏਕ ਲੜੀ, बीच तुम्हारे बास एक बचन ऐसा करूं बत्ती दियों नकास। बेशक तुसी बत्तियों मैं कलियां, पर एक बोल मैं एहो जिहा बोलांगी अगला कौड़ा बचन बोल के गल जरेगा नहीं, घसुन मारेगा मूँह ते बत्ती दे बत्ती दंद मेरे गलत बोलन करके बाहर आ जाणगे। जीव दी ताकत वेख लो। सतगुरु कहंदे फिक्का मूर्ख आखिए पाना लहै सजाए। ਫਿੱਕੇ ਨੂੰ ਮੂਰਖ ਆਖਿਆ ਜਾਂਦਾ ਹੈ, ਜੁੱਤੀਆਂ ਦੀ ਮਾਰ ਇਸ ਨੂੰ ਮੂੰਹ ਤੇ ਸਹਾਰਨੀ ਪੈਂਦੀ ਹੈ। ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਮਹਾਰਾਜ ਕਹਿੰਦੇ ਕਈ ਅੰਦਰੋਂ ਝੂਠੇ ਹੁੰਦੇ ਆ ਤੇ ਦੁਨੀਆ ਦੇ ਵਿੱਚ ਸੋਭਾ ਵਡਿਆਈ ਇੱਜ਼ਤ ਬਣਾਉਣ ਲਈ ਬੜੇ ਟਕਮੰਜ ਕਰਦੇ ਆ। ਬੜੇ ਸਾਧ ਸੰਗਤ ਜੀ ਯਤਨ ਕਰਦੇ ਕਿ ਇੱਜ਼ਤ ਬਣੀ ਰਹੇ, ਪਰ ਅੰਦਰੋਂ ਝੂਠੇ ਨੇ। ਅੰਦਰੋਂ ਇੱਜ਼ਤ ਨਹੀਂ ਚਾਹੁੰਦੇ, ਬਾਹਰੋਂ ਇੱਜ਼ਤ ਚਾਹੁੰਦੇ ਆ। ਮਹਾਰਾਜ ਕਹਿੰਦੇ ਅੰਦਰੋਂ ਝੂਠੇ ਨੇ, ਅੰਦਰ ਝੂਠ ਹੈ। ਪੈਜ ਬਾਹਰ ਦੁਨੀਆ ਅੰਦਰ ਫੈਲ, ਤੇ ਦੁਨੀਆ ਦੇ ਵਿੱਚ ਫੈਲਾਉਂਦੇ ਨੇ ਆਪਣੀ ਇੱਜ਼ਤ ਨੂੰ। ਇਹੋ ਜਿਹੇ ਕੰਮ ਕਰ ਕਰਕੇ ਦੁਨੀਆ ਨੂੰ ਵਿਖਾਉਂਦੇ ਕਿ ਸਾਡੀ ਇੱਜ਼ਤ ਬਣੇ, ਪਰ ਅੰਦਰੋਂ ਝੂਠੇ ਹਨ। ਹੱਥ ਸੱਠ ਤੀਰਥ ਜੇ ਨਾ ਵਹਿ ਉਤਰੈ ਨਾਹੀ ਮੈਲ। ਮਹਾਰਾਜ ਕਹਿੰਦੇ ਜਿਹੜੇ ਇਦਾਂ ਦੇ ਨੇ ਨਾ, ਜਿਹੜੇ ਅੰਦਰੋਂ ਝੂਠੇ ਨੇ, ਜਾਂ ਸਿੱਧੇ ਜੇ ਬਚਨਾਂ 'ਚ ਕਹਿ ਲਓ ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ। ਅੰਦਰ ਝੂਠ ਹੈ ਤੇ ਬਾਹਰੋਂ ਸੱਚੇ ਬਣ ਕੇ ਵਿਖਾਉਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਨੇ ਨਾ, ਇਹੋ ਜਿਹੇ ਭਾਵੇਂ 68 ਤੀਰਥਾਂ ਤੇ 8 60 68 ਇਹੋ ਜਿਹੇ ਜਿਹੜੇ 68 ਤੀਰਥਾਂ ਤੇ ਵੀ ਚਲੇ ਜਾਣ, ਨਹਾਉਂਦੇ ਰਹਿਣ ਉੱਥੇ, ਤਾਂ ਵੀ ਉਹਨਾਂ ਦੇ ਨਹਾਉਣ ਨਾਲ ਮੈਲ ਨਹੀਂ ਉਤਰਨੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀ ਸੋ ਹੋਰ। ਬਾਹਰ ਧੋਤੀ ਤੁੰਬੜੀ ਅੰਦਰ ਵਿਸ ਵਿਨਕੋਰ, ਸਾਧ ਭਲੇ ਅਨ ਨਹਾਤਿਆਂ ਚੋਰ ਸੇ ਚੋਰਾ ਚੋਰ। ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕੌਣ ਗਣਾ ਜੋ ਘਟ ਭੀਤਰ ਹੈ ਮਲਣਾ ਰਹਾਓ। ਲੋਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਮਹਾਰਾਜ ਕਹਿੰਦੇ ਜਿਹੜੇ ਅੰਦਰੋਂ ਝੂਠੇ ਨੇ ਤੇ ਬਾਹਰ ਇਹੋ ਜਿਹੇ ਕੰਮ ਕਰ ਕਰਕੇ ਸੋਭਾ ਵਧਾਉਣੀ ਚਾਹੁੰਦੇ, ਇੱਜ਼ਤ ਵਧਾਉਣੀ ਚਾਹੁੰਦੇ ਐ, ਇਹੋ ਜਿਹੇ ਭਾਵੇਂ 68 ਤੀਰਥਾਂ ਤੇ ਵੀ ਨਹਾਈ ਜਾਣ, ਉਹਨਾਂ ਦੇ ਨਹਾਉਣ ਦਾ ਕੋਈ ਲਾਭ ਨਹੀਂ ਹੈ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਹੈ ਨਾ, ਪਟ ਰੇਸ਼ਮ, ਰੇਸ਼ਮ ਰੂਪੀ ਸ਼ਾਂਤੀ, ਪਟ ਸ਼ੁਭ ਗੁਣ ਨੇ ਜਿਨ੍ਹਾਂ ਦੇ ਅੰਦਰ, ਬੇਸ਼ੱਕ ਉਹਨਾਂ ਨੇ ਬਾਹਰੋਂ ਗੁੱਦੜ ਪਾਟੇ ਪੁਰਾਣੇ ਮੈਲੇ ਕੁਚਾਲੇ ਕੱਪੜੇ ਵੀ ਪਾਏ ਹੋਣ, ਮਹਾਰਾਜ ਕਹਿੰਦੇ ਨੇ ਉਹ ਸੰਸਾਰ ਵਿੱਚ ਭਲੇ ਨੇ। ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਨੇ ਨਾ, ਜਿਹੜੇ ਅੰਦਰੋਂ ਸੱਚੇ ਨੇ, ਜਿਹੜੇ ਅੰਦਰੋਂ ਸ਼ੁਭ ਗੁਣਾਂ ਦੇ ਸਹਿਤ ਸੰਪੰਨ ਨੇ, ਬੇਸ਼ੱਕ ਉਹ ਪਾਟੇ ਪੁਰਾਣੇ ਕੱਪੜੇ ਵੀ ਪਾਏ ਰੱਖਣ, ਮਹਾਰਾਜ ਕਹਿੰਦੇ ਉਹ ਭਲੇ ਹਨ ਐਸੇ। ਇੰਨੇ ਹੁ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹਨਾਂ ਦਾ ਫਿਰ ਰੱਬ ਨਾਲ ਨੇਹ ਪ੍ਰੇਮ ਲੱਗਿਆ ਹੁੰਦਾ ਹੈ, ਉਹ ਫਿਰ ਰੱਬ ਨਾਲ ਪ੍ਰੇਮ ਕਰਦੇ ਨੇ। ਜਿਹੜੇ ਬਾਹਰੋਂ ਫੱਬ ਧੱਬ ਕੇ ਰਹਿੰਦੇ ਨੇ, ਅੰਦਰ ਰੱਬ ਦਾ ਪ੍ਰੇਮ ਨਹੀਂ, ਅੰਦਰ ਸੱਚ ਨਹੀਂ, ਸ਼ੁਭ ਗੁਣ ਨਹੀਂ, ਉਹ ਕੀ ਰੱਬ ਨਾਲ ਪ੍ਰੇਮ ਕਰਨਗੇ। ਅੱਜ ਸੰਸਾਰ ਵਿੱਚ ਇਹੋ ਜਿਹਿਆਂ ਦੀ ਬਹੁਤਾਤ ਹੈ, ਜਿਹੜੇ ਬਾਹਰੋਂ ਤਾਂ ਬਹੁਤ ਸੋਹਣੇ ਬਣ ਕੇ ਰਹਿੰਦੇ ਨੇ, ਪਰ ਅੰਦਰੋਂ ਝੂਠੇ ਨੇ। ਰੱਬ ਨਾਲ ਪ੍ਰੇਮ ਕੋਈ ਨਹੀਂ, ਸਿਰਫ ਵਿਖਾਵਾ ਹੈ ਬਹੁਤਾਤ ਵਿੱਚ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਰੱਬ ਨਾਲ ਪ੍ਰੇਮ ਲੱਗਾ ਹੋਇਆ ਹੈ, ਉਹ ਫਿਰ ਰੱਬ ਦੇ ਦਰਸ਼ਨਾਂ ਦੀ ਵਿਚਾਰ ਪੂਰਵਕ ਦਰਸ਼ਨਾਂ ਦੀ ਵਿਚਾਰ ਕਰਦੇ ਹਨ। ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਹੀ। ਇਹੋ ਜਿਹੇ ਫਿਰ ਰੱਬ ਦੇ ਪਿਆਰੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਹੱਸਦੇ ਨੇ। ਰੰਗ ਦਾ ਅਰਥ ਪ੍ਰੇਮ, ਪ੍ਰਮਾਤਮਾ ਦੇ ਪ੍ਰੇਮ ਵਿੱਚ ਹੱਸਦੇ ਨੇ। ਪ੍ਰੇਮ ਵਿੱਚ ਹੀ ਸਾਧ ਸੰਗਤ ਜੀ ਰੋਵੈ ਰੋਂਦੇ ਨੇ, ਤੇ ਪ੍ਰੇਮ ਵਿੱਚ ਹੀ ਚੁੱਪ ਕਰ ਜਾਂਦੇ ਨੇ। ਰੰਗ ਦਾ ਅਰਥ ਮੌਜ ਵੀ ਹੈ। ਆਪਣੀ
ਰੱਬ ਨਾਲ ਪ੍ਰੇਮ ਕਰਦੇ ਨੇ, ਮੌਜ ਵਿੱਚ ਹੀ ਹੱਸਦੇ ਨੇ, ਮੌਜ ਵਿੱਚ ਹੀ ਰੋਂਦੇ ਨੇ, ਮੌਜ ਵਿੱਚ ਹੀ ਚੁੱਪ ਕਰ ਜਾਂਦੇ ਹਨ। ਪਰਵਾਹ ਨਾਹੀ ਕਿਸੈ ਕੀਰੀ ਬਾਜ ਸੱਚੇ ਨਾਹੂ। ਇਹੋ ਜਿਹੇ ਫਿਰ ਕਿਸੇ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾ ਨਾਹਦਾਰ ਹੈ ਪਤੀ ਰੂਪ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ। ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਾ ਖਾਹੇ। ਮਹਾਰਾਜ ਕਹਿੰਦੇ ਨੇ ਕਿ ਇਹੋ ਜਿਹਾ ਗੁਰਸਿੱਖਾਂ ਨੂੰ ਬੇਨਤੀ ਕਰੋ। ਕੀ ਬੇਨਤੀ ਕਰੋ? ਦਰਵਾਟ ਉੱਪਰ, ਉਹਨਾਂ ਦੇ ਦਰਵਾਜ਼ੇ ਤੇ ਖੜ ਕੇ, ਰਾਹ ਉੱਤੇ ਖੜ ਕੇ ਖਰਚ ਮੰਗੋ। ਜਬੈ ਦੇਹ ਤਾਂ ਖਾਹੇ, ਜਦੋਂ ਉਹ ਦੇ ਦੇਣ ਖਰਚ, ਫਿਰ ਉਸ ਨੂੰ ਖਾ ਲੈਣਾ ਕਰੋ, ਛਕ ਲੈਣਾ ਕਰੋ। ਖਰਚ ਕਿਹੜਾ ਮੰਗਣਾ ਹੈ? ਨਾਮ ਮੰਗਣਾ ਹੈ, ਸ਼ੁਭ ਗੁਣ ਮੰਗਣੇ ਨੇ। ਦਰਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾਂ ਖਾਹੇ। ਗਿਆਨ ਰੂਪੀ ਦਰਵਾਜ਼ਾ ਤੇ ਭਗਤੀ ਰੂਪੀ ਵਾਟ ਹੈ ਤੇ ਸ਼ਰਧਾ ਰੂਪੀ ਸਾਧ ਸੰਗਤ ਜੀ ਉਸ ਨੂੰ ਮੰਗਣਾ ਹੈ। ਜਦੋਂ ਸ਼ਰਧਾ ਆ ਗਈ ਫਿਰ ਭਗਤੀ ਹੋਵੇਗੀ, ਤੇ ਜਦੋਂ ਭਗਤੀ ਹੋ ਗਈ ਫਿਰ ਸਤਿਗੁਰੂ ਦੇ ਮਿਲਾਪ ਹੋ ਜਾਣਗੇ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਮਹਾਰਾਜ ਕਹਿੰਦੇ ਦੀਵਾਨ ਇੱਕ ਹੀ ਪ੍ਰਮਾਤਮਾ ਦਾ, ਰੱਬ ਦੇ ਪਿਆਰਿਆਂ ਨੂੰ ਆਸਰਾ ਹੈ। ਕਲਮ ਇੱਕ ਹੁਕਮ ਰੂਪੀ ਕਲਮ ਹੀ ਪ੍ਰਮਾਤਮਾ ਦੀ ਸਭ ਪਾਸੇ ਹੈ। ਹਮਾ ਤੁਮਾ ਮੇਲ, ਪਰ ਜੀਵ ਉਸ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਹੰਗਤਾ ਤੁਮਤਾ ਅਸਾਂ ਤੁਸਾਂ ਦੇ ਵਿੱਚ ਫਸਿਆ। ਇਹਦੇ ਨਾਲ ਮੇਲ ਹੋ ਰਿਹਾ ਸਭ ਦਾ। ਦਰ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ। ਮਹਾਰਾਜ ਕਹਿੰਦੇ ਜਿਹੜੇ ਹੰਗਤਾ ਮੰਗਤਾ ਦੇ ਵਿੱਚ ਫਸੇ ਨੇ ਨਾ, ਅਸਾਂ ਤੁਸਾਂ ਚ, ਮੈਂ ਮੇਰੀ ਚ ਫਸੇ, ਹੰਕਾਰ ਚ ਫਸੇ, ਜਦੋਂ ਰੱਬ ਦੀ ਦਰਗਾਹ ਵਿੱਚ ਉਹਨਾਂ ਤੋਂ ਲੇਖਾ ਮੰਗਿਆ ਜਾਵੇਗਾ, ਜਿਵੇਂ ਤਿਲਾਂ ਨੂੰ ਪੀੜੀਦਾ, ਤਿਲਾਂ ਦੇ ਵਿੱਚੋਂ ਤੇਲ ਕੱਢੀਦਾ ਤੇ ਤਿਲਾਂ ਨੂੰ ਦੁੱਖ ਹੁੰਦਾ ਹੈ, ਮਹਾਰਾਜ ਕਹਿੰਦੇ ਐਵੇਂ ਉਹ ਦੁਖੀ ਹੋਣਗੇ ਜਿਹੜੇ ਰੱਬ ਤੋਂ ਦੂਰ ਹਨ। ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਢਾਰੀਐ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪ ਹੀ ਕਰਨਾ ਕੀਤਾ ਹੈ, ਆਪੇ ਹੀ ਸ਼ਕਤੀ ਧਾਰਨ ਕੀਤੀ ਹੋਈ ਹੈ। ਦੇਖੈ ਕੀਤਾ ਆਪਣਾ ਕਰ ਕੱਚੀ ਪੱਕੀ ਸਾਰੀਐ। ਆਪਣੇ ਕੀਤੇ ਹੋਏ ਨੂੰ ਆਪ ਹੀ ਵੇਖਦੇ ਨੇ ਤੇ ਆਪੇ ਹੀ ਫੜ ਕੇ ਨਰਦਾਂ ਨੂੰ ਕੱਚਾ ਪੱਕਾ ਦੇਖਦੇ ਨੇ ਵੀ ਸ਼ੁਭ ਗੁਣ ਹੈਗੇ ਕਿ ਨਹੀਂ ਹੈਗੇ, ਪਰਖ ਕਰਦੇ ਹਨ। ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ। ਮਹਾਰਾਜ ਕਹਿੰਦੇ ਜਿਹੜੇ ਸੰਸਾਰ ਵਿੱਚ ਆਏ ਨੇ ਉਹਨਾਂ ਨੇ ਸਭ ਨੇ ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਵਿੱਚੋਂ ਚਲੇ ਜਾਣਾ ਹੈ। ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੋ ਵਿਸਾਰੀਐ। ਮਹਾਰਾਜ ਕਹਿੰਦੇ ਸੰਸਾਰ ਵਿੱਚੋਂ ਚਲੇ ਤਾਂ ਜਾਣਾ, ਪਰ ਜਿਸ ਪ੍ਰਮਾਤਮਾ ਨੇ ਸਾਨੂੰ ਸਵਾਸ ਦਿੱਤੇ ਨੇ, ਪ੍ਰਾਣ ਦਿੱਤੇ ਨੇ, ਉਸ ਮਾਲਕ ਵਾਹਿਗੁਰੂ ਨੂੰ ਕਿਉਂ ਭੁੱਲੇ ਹੋਏ ਆ ਅਸੀਂ। ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਹੁਣ ਸਾਨੂੰ ਸਤਿਗੁਰੂ ਨੇ ਮਨੁੱਖਾ ਜਨਮ ਬਖਸ਼ਿਆ, ਆਪਣੇ ਹੱਥੀ ਆਪਣਾ ਆਪ ਹੀ ਕਾਰਜ ਸਵਾਰ ਲਵੋ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਨ ਪਾਈਐ, ਕਉ ਨਾਨਕ ਬਾਹ ਲੁਡਾਈਐ। ਮਹਾਰਾਜ ਕਹਿੰਦੇ ਆਪਣੇ ਹੱਥੀ ਆਪਣਾ ਹੀ ਕੰਮ ਸਵਾਰਨਾ ਪੈਣਾ, ਆਪਣੇ ਜਨਮ ਨੂੰ ਆਪ ਸਫਲ ਕਰਨਾ ਪੈਣਾ। ਨਾਮ ਬਾਣੀ ਪੜ੍ਹ ਸੁਣ ਕਰਕੇ ਸੇਵਾ ਕਰਕੇ ਇਹ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਸਾਹਿਬ ਜੀ ਦੇ ਰੂਪ ਉਪਦੇਸ਼ ਬਖਸ਼ਿਸ਼ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੋ ਵਿਸਾਰੀਐ। ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਇਆ।